ਕੋਰਸ ਨੈਕਸਟ ਵੀਡੀਓ ਰਹੇਗੀ ਸਟ੍ਰੈਸ ਤੇ ਸਟ੍ਰੈਸ ਨੂੰ ਮੈਨੇਜ ਕਿਸ ਤਰੀਕੇ ਨਾਲ ਕਰਨਾ ਹੈ, ਕੋਪਿੰਗ ਟੈਕਨੀਕਸ ਆਫ ਸਟ੍ਰੈਸ। ਚਾਹੇ ਬੀਐਡ ਦਾ ਬੱਚਾ ਹੈ, ਚਾਹੇ ਪੀਟੈਟ ਦੇ ਰਿਹਾ ਹੈ, ਚਾਹੇ ਸੀਟੈਟ ਦੇ ਰਿਹਾ ਹੈ, ਚਾਹੇ ਈਟੀਟੀ ਦਾ ਸਟੂਡੈਂਟ ਹੈ, ਚਾਹੇ ਪਰਸਨੈਲਿਟੀ ਡਿਵੈਲਪਮੈਂਟ ਕਰ ਰਿਹਾ, ਚਾਹੇ ਲਾਈਫ ਸਕਿੱਲਸ ਕਰ ਰਿਹਾ, ਸਭ ਦੇ ਲਈ ਹੀ ਸੇਮ ਟੌਪਿਕ ਹੈ। ਪਰ ਕੋਸ਼ਿਸ਼ ਕਰਾਂਗੀ ਸਮਰਾਈਜ਼ ਜਾਂ ਕਰਵਾ ਦੇਵਾਂ। टाइम घट होने करके नोट्स नहीं बना पाई, इसलिए डायरैक्टली अपनी बहुत प्यारी तो बहुत पुरानी बुक के विचों करवा रही हाँ। तो इसलिए प्लीज़ ध्यान नाल सुनना है। जो मैं वर्ड्स करवाऊँगी इंग्लिश मीडियम के बच्चे इत्थों कर लैणगे, पंजाबी मीडियम लिए जल्दी ही वीडियो शाम तक अपलोड कर दाँगी। हाँ जी, तो स्ट्रैस की है? स्ट्रैस मीनस बड़ा वधिया जो मैंने सेंटेंस लग्या, वी बॉयल एट डिफरेंट डिग्रीज। बिल्कुल सही। असी पूरा दिन स्ट्रैस लैने अलग अलग तरीके का, सुबह तो लैके राती सोन तिक्कर, फिर राती सोने तो अगले दिन सवेर का स्ट्रैस साढ़े दिमाग ते ही हुंदा है। तो ये एक बहुत वधिया स्टेटमेंट दी है बाय रैल्फ वॉल्डन ने, एमरसन ने इन 1870 ਦੇ ਵਿੱਚ ਕਿ ਅਸੀਂ ਪੂਰਾ ਦਿਨ ਅਲੱਗ-ਅਲੱਗ ਡਿਗਰੀ ਦੇ, ਮਤਲਬ ਕਦੀ ਘੱਟ ਸਟ੍ਰੈਸ ਹੈ, ਕਦੀ ਜ਼ਿਆਦਾ ਹੈ, ਕਦੀ ਬਹੁਤ ਜ਼ਿਆਦਾ ਹੈ, ਕਦੀ ਬਿਲਕੁਲ ਨਹੀਂ ਹੈ। ਤਾਂ ਅਲੱਗ-ਅਲੱਗ ਡਿਗਰੀ 'ਚ ਅਸੀਂ ਬੋਇਲ ਹੁੰਦੇ ਹਾਂ। ਬੋਇਲ ਮਤਲਬ ਸਟ੍ਰੈਸ ਲੈਂਦੇ ਹਾਂ। It was a remarkable assessment of human beings much before the 20th century। 20ਵੀਂ ਸਦੀ ਦੇ ਵਿੱਚ ਹੀ ਜੋ ਹਿਊਮਨ ਬੀਇੰਗਸ ਬਾਰੇ ਇਹ ਚੀਜ਼ ਕਹੀ ਗਈ। ਠੀਕ ਹੈ, ਤਾਂ ਪਹਿਲਾਂ ਤਾਂ ਅਸੀਂ ਇਹਨੂੰ ਐਨਜ਼ਾਈਟੀ ਕਹਿੰਦੇ ਸੀ। ਐਨਜ਼ਾਈਟੀ ਮਤਲਬ ਚਿੰਤਾ ਹੁੰਦੀ ਹੈ, ਪਰ ਹੌਲੀ ਹੌਲੀ 20ਵੀਂ ਸਦੀ ਦੇ ਆਉਣ ਨਾਲ ਇਹ ਜਿਹੜੀ ਹੈਗੀ ਹੈ ਈਰਾ ਮਤਲਬ ਕਿਹੜੀ ਏਜ ਬਣ ਗਈ? ਈਰਾ ਆਫ ਸਟ੍ਰੈਸ। ਇਹ ਕਿਹੜੀ ਸਟੇਜ ਬਣ ਗਈ? ਸਟ੍ਰੈਸ ਦੀ ਜਿਹੜੀ ਸਟੇਜ ਹੈ ਉਹ ਬਣ ਗਈ। ਜਿਵੇਂ ਜਿਵੇਂ ਟੈਕਨੋਲੋਜੀ ਆਈ, ਜਿਵੇਂ ਜਿਵੇਂ ਨਵੇਂ ਸਰੋਤ ਆਏ, ਤਾਂ ਸਾਡਾ ਚਿੰਤਾ ਕਰਨ ਦਾ ਤਰੀਕਾ ਸਟ੍ਰੈਸ ਤੇ, ਪਰ ਅੱਜ ਕੱਲ੍ਹ ਜੇ ਅਸੀਂ ਦੇਖੀਏ ਤਾਂ 21st ਸੈਂਚਰੀ ਦੇ ਵਿੱਚ ਇਹ ਡਿਪਰੈਸ਼ਨ ਦੇ ਵਿੱਚ ਬਦਲ ਚੁੱਕਿਆ। ਤਾਂ ਸਟ੍ਰੈਸ ਕੀ ਹੈ? ਸਟ੍ਰੈਸ ਇਜ਼ ਐਨ ਇੰਪੋਰਟੈਂਟ ਫੈਕਟ। ਇਹ ਇਹੋ ਜਿਹਾ ਫੈਕਟ ਹੈ ਜਿਹਨੂੰ ਅਸੀਂ ਕਹੀਏ, ਜੇ ਕੋਈ ਪਰਸਨ ਕਹਦੇ ਮੈਨੂੰ ਸਟ੍ਰੈਸ ਨਹੀਂ ਹੈ ਤਾਂ ਸੌਰੀ, ਕੋਈ ਦੁਨੀਆ ਦੇ ਵਿੱਚ ਇਹੋ ਜਿਹਾ ਪਰਸਨ ਨਹੀਂ ਹੋਊਗਾ ਜਿਹਨੂੰ ਸਟ੍ਰੈਸ ਨਹੀਂ ਹੋਊਗਾ। ਠੀਕ ਹੈ, ਤਾਂ ਇਟਸ ਅ ਪਾਰਟ ਆਫ ਲਾਈਫ, ਇਟ ਇਜ਼ ਆਲ ਅਰਾਊਂਡ ਅਸ। ਚਾਹੇ ਅਸੀਂ ਘਰੇ ਹਾਂ, ਚਾਹੇ ਅਸੀਂ ਆਪਣੀ ਪਰਸਨਲ ਰਿਲੇਸ਼ਨਸ਼ਿਪ ਦੇ ਵਿੱਚ ਹਾਂ, ਚਾਹੇ ਇਨਵਾਇਰਮੈਂਟ ਦੇ ਵਿੱਚ ਹਾਂ, ਤਾਂ ਸਟ੍ਰੈਸ ਆਉਣਾ ਬਹੁਤ ਇਨਐਵਿਟੇਬਲ ਹੈ। ਇਹ ਹੋਏਗਾ ਹੀ ਹੋਏਗਾ। ਠੀਕ ਹੈ, ਤਾਂ ਇਹਦੇ ਵਿੱਚ 2-3 ਲਾਈਨਸ ਤੁਸੀਂ ਕਰ ਸਕਦੇ ਹੋ। ਹੁਣ ਮੀਨਿੰਗ ਕੀ ਹੈ ਸਟ੍ਰੈਸ ਦਾ? ਵਾਟ ਡੂ ਯੂ ਮੀਨ ਬਾਈ ਸਟ੍ਰੈਸ? ਸਟ੍ਰੈਸ ਹੈ ਕੀ? ਸਭ ਤੋਂ ਪਹਿਲਾਂ ਸਾਈਕੋਲੋਜੀਕਲ ਅਪਸੈਟ। ਸਟ੍ਰੈਸ ਕੀ ਹੈ? ਸਾਈਕੋਲੋਜੀਕਲੀ ਮਨੋਵਿਗਿਆਨਿਕ ਤੌਰ 'ਤੇ ਡਿਸਈਕੁਅਲ ਹੋਣਾ, ਅਸੀਂ ਅਪਸੈਟ ਹੋਣਾ। ਸਟ੍ਰੈਸ ਇਜ਼ ਡਿਫਾਈਨਡ ਐਜ਼ ਅ ਸਟੇਟ ਆਫ ਸਾਈਕੋਲੋਜੀਕਲ ਅਪਸੈਟ ਔਰ ਡਿਸਇਕੁਇਲਿਬਰੀਅਮ ਇਨ ਹਿਊਮਨ ਬੀਇੰਗਸ ਕਾਜ਼ਡ ਬਾਈ। ਕਿਵੇਂ ਅਸੀਂ ਸਾਡਾ ਅੰਦਰੋਂ ਜੋ ਹੈ ਬਹੁਤ ਅਪਸੈਟ ਹੋ ਜਾਂਦਾ ਹੈ, ਅਸੀਂ ਫਰਸਟ੍ਰੇਟ ਹਾਂ, ਅਸੀਂ ਕਿਸੇ ਕਨਫਲਿਕਟ ਦੇ ਵਿੱਚ ਹਾਂ, ਆਹ ਕਰੀਏ ਜਾਂ ਉਹ ਕਰੀਏ। ਕਈ ਵਾਰੀ ਤਾਂ ਵਿਆਹ 'ਤੇ ਵੀ ਜਾਣਾ ਹੁੰਦਾ ਨਾ ਬੇਟੇ, ਉਹਦਾ ਵੀ ਬਹੁਤ ਸਟ੍ਰੈਸ ਹੁੰਦਾ ਹੈ ਵੀ ਕਿਹੜਾ ਸੂਟ ਪਾਈਏ। ਬਿਲਕੁਲ ਸੋਚ ਕੇ ਦੇਖੋ, ਕਿਹੜੀ ਚੱਪਲ ਪਾਈਏ, ਕਿਹੜੀ ਮੈਚਿੰਗ ਜੁਐਲਰੀ ਪਾਈਏ, ਹੈ ਨਾ। ਤਾਂ ਇਹ ਵੀ ਸਟ੍ਰੈਸ ਦਿੰਦੇ ਹੈ, ਚਾਹੇ ਪੋਜ਼ੀਟਿਵ ਸਟ੍ਰੈਸ ਹੈ ਪਰ ਫਿਰ ਵੀ ਸਟ੍ਰੈਸ ਦਿੰਦੇ ਆ। ਤਾਂ ਇਨ ਹਿਊਮਨ ਬੀਇੰਗਸ ਕਾਜ਼ਡ ਬਾਈ ਫਰਸਟ੍ਰੇਸ਼ਨ, ਕਨਫਲਿਕਟਸ ਐਂਡ ਅਦਰ ਇੰਟਰਨਲ ਐਜ਼ ਵੈਲ ਐਜ਼ ਐਕਸਟਰਨਲ ਸਟ੍ਰੇਨਸ ਐਂਡ ਪ੍ਰੈਸ਼ਰਸ। ਤਾਂ ਚਾਹੇ ਕੋਈ ਵੀ ਪ੍ਰੈਸ਼ਰ ਹੈ, ਚਾਹੇ ਸਾਡੇ ਅੰਦਰੋਂ ਆ ਰਿਹਾ, ਚਾਹੇ ਬਾਹਰੋਂ ਆ ਰਿਹਾ, ਸਾਨੂੰ ਪ੍ਰੈਸ਼ਰ ਦਿੰਦਾ। ਤਾਂ ਹੌਲੀ ਹੌਲੀ ਸਟ੍ਰੈਸ ਸਾਡੇ ਬੋਡੀ, ਸਾਡੇ ਦਿਮਾਗ, ਸਾਡੇ ਮਨ 'ਤੇ ਪਹੁੰਚਦਾ ਰਹਿੰਦਾ। ਹੁਣ ਇਹਦੇ 'ਚੋਂ ਤੁਸੀਂ ਮੇਨ ਸਿਰਫ ਡੈਫੀਨੇਸ਼ਨ ਇਸ ਤੋਂ ਬਾਅਦ ਕਰੋਗੇ, ਜ਼ਿਆਦਾ ਨਹੀਂ ਕਰਨਾ, ਕਿਉਂਕਿ ਤੁਸੀਂ ਮੇਨਲੀ ਲਾਈਫ ਸਕਿੱਲ ਦੇ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਹੋਣੇ ਹੈ, ਅਤੇ ਉਸ ਤੋਂ ਇਲਾਵਾ ਪਰਸਨੈਲਿਟੀ ਡਿਵੈਲਪਮੈਂਟ ਦੇ ਬੱਚੇ ਦੇਖ ਰਹੇ ਹੈ। ਤਾਂ ਟੂ ਦਾ ਪੁਆਇੰਟ ਹੀ ਅਸੀਂ ਕਰਾਂਗੇ। ਠੀਕ ਹੈ, 6 ਨੰਬਰ ਦੇ ਲਈ ਆਂਸਰ ਤਿਆਰ ਕਰਨਾ ਸੀ। ਤਾਂ ਇਹਦੇ ਵਿੱਚ ਕੀ ਆਏਗਾ? ਡਿਫਾਈਨ ਪਰਸਨੈਲਿਟੀ ਅਕੋਰਡਿੰਗ ਟੂ ਬਰਾਊਨ ਐਂਡ ਮੈਕਗਿਲ ਜਾਂ ਸੈਰਾਸਨ, ਸਟ੍ਰੈਸ ਇਜ਼ ਡਿਫਾਈਨਡ, ਸਿਰਫ ਇੰਨੀ ਕੁ ਡੈਫੀਨੇਸ਼ਨ ਹੈ, ਧਿਆਨ ਨਾਲ ਉਨੀ ਕੁ ਹੀ ਕਰਨੀ ਹੈ। ਸਟ੍ਰੈਸ ਇਜ਼ ਡਿਫਾਈਨਡ ਐਜ਼ ਅ ਰਿਸਪੌਂਸ ਟੂ ਇਵੈਂਟਸ। ਕੀ ਹੈ? ਰਿਸਪੌਂਸ ਟੂ ਇਵੈਂਟਸ। ਤੁਸੀਂ ਸਰਕਲ ਨਹੀਂ ਕਰਕੇ ਆਉਣਾ ਪੇਪਰ ਦੇ ਵਿੱਚ, ਇਹ ਸਿਰਫ ਹਾਈਲਾਈਟ ਕੀਤਾ ਹੋਇਆ ਹੈ। ਦੈਟ ਥ੍ਰੈਟਨ ਔਰ ਚੈਲੰਜ ਅ ਪਰਸਨ, ਜਿਹੜੀ ਕਿਸੇ ਪਰਸਨ ਨੂੰ ਚੈਲੰਜ ਕਰਦੀ ਹੈ, ਫੁੱਲ ਸਟਾਪ। ਦਿਸ ਇਜ਼ ਅ ਡੈਫੀਨੇਸ਼ਨ। ਹੁਣ ਉਹ ਕੁਛ ਵੀ ਹੋ ਸਕਦਾ ਹੈ, ਉਹ ਜੋ ਚੈਲੰਜ ਕਰ ਰਿਹਾ ਕੁਛ ਵੀ ਹੋ ਸਕਦਾ ਹੈ। ਤੁਹਾਡੇ ਪੇਪਰ ਹੋ ਸਕਦੇ ਆ, ਜਿਵੇਂ ਕਿ ਅੱਜ ਮੈਨੂੰ ਵੀ ਸਟ੍ਰੈਸ ਹੋਇਆ ਹੋਇਆ ਕਿ ਬੱਚਿਆਂ ਨੂੰ ਮਟੀਰੀਅਲ ਪ੍ਰੋਵਾਈਡ ਕਰਨਾ, ਤੁਹਾਨੂੰ ਵੀ ਸਟ੍ਰੈਸ ਹੋਇਆ ਹੋਇਆ ਹਾਈ ਕੱਲ੍ਹ ਪੇਪਰ ਹੈ, ਸ਼ੋਰਟ ਨੋਟ ਕਿਵੇਂ ਕਰਾਂਗੇ, ਲੌਂਗ ਕਿਵੇਂ ਕਰਾਂਗੇ, ਪੇਪਰ ਕਿਵੇਂ ਕਰਨਾ ਹੋਏਗਾ, ਪੇਪਰ ਦਾ ਸਟਾਈਲ ਕੀ ਹੈ, ਟਾਈਮ ਨਾਲ ਪਹੁੰਚ ਜਾ, ਕਿਤੇ ਬੱਸ ਨਾ ਖਰਾਬ ਹੋ ਜੇ, ਇਹ ਵੀ ਸਟ੍ਰੈਸ ਹੈ ਨਾ। ਫੈਮਿਲੀ ਪ੍ਰੋਬਲਮ, ਹੈ ਨਾ, ਕੋਈ ਵੀ ਕਿਸੇ ਵੀ ਕਿਸਮ ਦੀ ਫੈਮਿਲੀ ਪ੍ਰੋਬਲਮ ਹੈ, ਚਾਹੇ ਫਾਈਨੈਂਸ਼ੀਅਲ ਹੈ, ਚਾਹੇ ਕਿਸੇ ਹੋਰ ਕਿਸੇ ਦਾ ਲੜਾਈ ਝਗੜਾ ਚੱਲ ਰਿਹਾ, ਇਹ ਵੀ ਸਟ੍ਰੈਸ ਹੈ। ਚਾਹੇ ਕੋਈ ਵੀ ਈਵੈਂਟਸ ਹੈ ਤੁਹਾਡੀ ਲਾਈਫ ਦੇ ਵਿੱਚ ਚੱਲ ਰਹੀਆਂ, ਜੋਬ ਨਾਲ ਰਿਲੇਟਿਡ ਹੈ, ਕੁਛ ਵੀ ਹੈ, ਇਹ ਸਾਰਿਆਂ ਨੂੰ ਕੀ ਕਹਿੰਦੇ ਆ? ਸਟ੍ਰੈਸਰਸ। ਕੀ ਕਹਿੰਦੇ ਆ ਬੱਚੇ?
स्ट्रैस देने वाले, स्ट्रैस ORS, स्ट्रैसर्स, बहुत सौखे तरीके नाल याद करना है, ठीक है जी। तो इस करके स्ट्रैस दियाँ एग्जाम्पल जो मर्जी दे दिओ, जो मर्जी एग्जाम्पल दे दिओ, रोज़ स्ट्रैस लैने आपां, ठीक है। कोई मर्जी 3-4 एग्जाम्पल्स दे दिओ, बिल्कुल सही रहणगियां ਜਿਹੜੇ ਤੁਹਾਡੇ ਦਿਮਾਗ ਨੂੰ ਪ੍ਰੈਸ਼ਰਾਈਜ਼ ਕਰਦੀਆਂ। ਹੁਣ टाइप्स ऑफ स्ट्रैस ਉਹਨਾਂ कोई लिखना है बेटा, ज़्यादा नहीं लिखना, फिर दस रहे हैं 6 मार्क्स लिए आना है परसनैलिटी डेवलपमेंट लाइफ स्किल के बच्चों को। पॉजिटिव स्ट्रैस, पॉजिटिव ते नैगेटिव। द पॉजिटिव डायमेंशन ऑफ स्ट्रैस इज कॉल्ड यूस्ट्रेस, EU दैन S दैन T, उस बाद स्ट्रैस ही वर्ड है, EU आगे लिखना है, ठीक है। मीनस ਇਹਦਾ ਕੀ मतलब है, एग्जाम्पल मैं कोई कुछ भी हुणे मैं वीडियो बना रही हाँ, मैनू स्ट्रैस है पर एक पॉजिटिव स्ट्रैस है, मैनू खुशी भी होएगी ना बाद कि हाँ मैं बच्चों की हेल्प कर पाई। फिर कोई आर्टिस्ट कोई कुछ क्रिएट कर रहा नवा, कोई नवी पेंटिंग बना रहे हो, स्ट्रैस है मेरे कलर सही लग जान, या कोई तुसी सूट भी स्टिच कर रहे हो भाई, तो स्ट्रैस है मेरा गला सही बन जाए, लेस सही लग जाए, दुपट्टा सही मैच हो जाए, वो भी स्ट्रैस है ना। तो पॉजिटिव स्ट्रैस वो है जिहड़े विच लीड्स टू क्रिएटिविटी एंड प्रोडक्टिविटी। दिस इज़ वेरी इंपॉर्टेंट लाइन जो तुसी मैंशन करनी है। पॉजिटिव स्ट्रैस क्रिएटिविटी ते प्रोडक्टिविटी लैके आंदी है। दैन नैगेटिव स्ट्रैस किहड़े है, ਜਿਹੜੇ ਅਸੀਂ ਖਾਮ ਖਾਈ ਲਈ ਜਾ ਰਹੇ ਹਾਂ, ਹੈ ਨਾ। ਜਿਸ ਤਰ੍ਹਾਂ ਕਿ ਕਿਸੇ ਦਾ ਸਵੇਅਰ ਨੇਚਰ ਹੀ ਹੁੰਦਾ ਹੈ ਕਿ ਨਿੱਕੀ ਜਿਹੀ ਗੱਲ ਨੂੰ ਬਹੁਤ ਜ਼ਿਆਦਾ ਦੇਰ ਤੱਕ ਸੋਚਣਾ। ਫੋਰ ਐਗਜ਼ਾਮਪਲ ਮੇਰਾ ਨੇਚਰ ਹੈ ਨਾ, ਬਹੁਤ ਛੋਟੀ ਜਿਹੀ ਕੋਈ ਪ੍ਰੋਬਲਮ ਹੋ ਗਈ, ਛੋਟਾ ਜਿਹਾ ਕੋਈ ਲੋਸ ਹੋ ਗਿਆ, ਐਵੇਂ ਟੈਨਸ਼ਨ ਲੈਣਾ, ਐਵੇਂ ਪ੍ਰੋਬਲਮ 'ਚ ਆ ਜਾਣਾ, ਕੋਈ ਥੋੜ੍ਹੀ ਜਿਹੀ ਟੈਂਪਰੇਚਰ ਹੋ ਗਿਆ ਉਸ ਨੂੰ ਟੈਨਸ਼ਨ ਲੈ ਲੈਣਾ। ਤਾਂ ਇਹ ਸਾਰੀਆਂ ਦੀਆਂ ਚੀਜ਼ਾਂ ਪ੍ਰੋਬਲਮ ਕ੍ਰੀਏਟ ਕਰਦੀਆਂ, ਸਾਡੇ ਅੰਦਰ ਡਿਸੀਜ਼ ਲੈ ਕੇ ਆਉਂਦੀਆਂ, ਉਹਨੂੰ ਕਹਿੰਦੇ ਨੈਗੇਟਿਵ ਸਟ੍ਰੈਸ। ਸਵੀਅਰ ਨੇਚਰ, ਲਾਸਟਿੰਗ ਲੌਂਗਰ ਐਂਡ ਮੇ ਥ੍ਰੈਟਨ ਟੂ ਡੈਮੇਜ ਦਾ ਆਰਗੇਨਿਜ਼ਮ, ਤੁਹਾਨੂੰ ਬਿਮਾਰੀ ਵੀ ਲਾ ਸਕਦੇ ਹੈ। ਦੈਨ ਕਾਜ਼ਿਜ਼ ਕੀ ਹੈ, ਸੋਰਸਿਸ ਕੀ ਹੈ ਨਾ ਸਟ੍ਰੈਸਰਸ ਦੇ, ਇਹਨਾਂ ਸਟ੍ਰੈਸਰਸ ਦੇ ਕਿੱਥੋਂ ਆਉਂਦੇ ਹੈ ਸਟ੍ਰੈਸ। ਅਕੋਰਡਿੰਗ ਟੂ ਕੋਲਮੈਨ, ਲਿਖਣਾ ਲਿਖੋ, ਨਹੀਂ ਲਿਖਣਾ ਨਾ ਲਿਖੋ, ਤੁਹਾਡੇ ਲਈ ਟੂ ਦਾ ਪੁਆਇੰਟ ਤੁਸੀਂ ਆਨਸਰ ਦੇਣਾ ਹੈ। ਤਾਂ ਕਈ ਪ੍ਰੋਬਲਮਸ ਹੈ। ਫਰਸਟ੍ਰੇਸ਼ਨ, ਫਰਸਟ੍ਰੇਸ਼ਨ ਮੀਨਸ ਤੁਸੀਂ ਇਹ ਪੁਆਇੰਟ ਹੈ ਫਰਸਟ੍ਰੇਸ਼ਨ, ਜੋ ਤੁਸੀਂ ਫਰਸਟ੍ਰੇਟ ਹੋ ਜਾਂਦੇ ਹੋ ਆਪਣੀ ਇਨਵਾਇਰਨਮੈਂਟ ਤੋਂ, ਕਿਸੇ ਫਿਜ਼ੀਕਲ ਪ੍ਰੋਬਲਮ ਤੋਂ, ਕਿਸੇ ਸੋਸ਼ਲ ਪ੍ਰੋਬਲਮ ਤੋਂ, ਕਿਸੇ ਪਰਸਨਲ ਪ੍ਰੋਬਲਮ ਤੋਂ, ਤਾਂ ਤੁਹਾਨੂੰ ਇਹ ਚੀਜ਼ਾਂ ਸਟ੍ਰੈਸ ਦਿੰਦੀਆਂ, ਤੁਸੀਂ ਫਰਸਟ੍ਰੇਟ ਹੋ ਜਾਂਦੇ ਹੋ, ਅੱਕ ਜਾਂਦੇ ਹੋ। ਕਨਫਲਿਕਟਸ, ਜਦੋਂ ਤੁਹਾਡੇ ਮਾਈਂਡ ਦੇ ਵਿੱਚ, ਤੁਹਾਡੇ ਦਿਮਾਗ ਦੇ ਵਿੱਚ ਬਹੁਤ ਕਨਫਲਿਕਟਸ ਆ ਜਾਂਦੇ ਹੈ ਕਿਸੇ ਵੀ ਚੀਜ਼ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ, ਚਾਹੇ ਰਿਲੇਸ਼ਨਸ਼ਿਪਸ ਨੂੰ ਲੈ ਕੇ, ਚਾਹੇ ਐਜੂਕੇਸ਼ਨ ਨੂੰ ਲੈ ਕੇ। ਤੁਸੀਂ ਮੰਨ ਲਓ +2 ਤੋਂ ਬਾਅਦ ਕੀ ਕਰਨਾ ਹੈ, 10th ਤੋਂ ਬਾਅਦ ਕੀ ਕਰਨਾ ਹੈ, ਫਾਈਨਲ ਤੋਂ ਬਾਅਦ ਕੀ ਕਰਨਾ ਹੈ, B.Ed ਤੋਂ ਬਾਅਦ ਕੀ ਕਰਨਾ ਹੈ, ਉਹ ਬਹੁਤ ਵੱਡਾ ਸਟ੍ਰੈਸ ਹੈ। ਉਹ ਸਿਰਫ ਤੁਹਾਨੂੰ ਹੀ ਨਹੀਂ ਹੁੰਦਾ, ਤੁਹਾਡੇ ਪੇਰੈਂਟਸ ਨੂੰ, ਫਰੈਂਡਸ ਨੂੰ ਵੀ ਨਾਲ ਦਿੰਦੇ ਹੋ ਤੁਸੀਂ, ਠੀਕ ਹੈ। ਤਾਂ ਇਹ ਟੂ ਦਾ ਪੁਆਇੰਟ ਹੀ ਗੱਲ ਕਰਨੀ ਹੈ ਇਹਦੇ ਵਿੱਚ। ਦੈਨ ਪ੍ਰੈਸ਼ਰਸ, ਕਈ ਪ੍ਰੈਸ਼ਰ ਤੁਹਾਡੇ ਦਿਮਾਗ 'ਤੇ ਹੁੰਦੇ ਹੈ, ਕਈ ਚੀਜ਼ਾਂ ਜਿਸ ਇੰਟਰਨਲ ਪ੍ਰੈਸ਼ਰ, ਲਾਈਕ ਤੁਸੀਂ ਕੋਈ ਵੀ ਚੀਜ਼ ਅਚੀਵ ਕਰਨਾ ਚਾਹੁੰਦੇ ਹੋ, ਕੋਈ ਚੀਜ਼ ਬਹੁਤ ਚੰਗੇ ਤਰੀਕੇ ਨਾਲ ਕਰਨਾ ਚਾਹੁੰਦੇ ਹੋ, ਕੋਈ ਅਨਰੀਜ਼ਨੇਬਲ ਪ੍ਰੈਸ਼ਰ ਹੀ ਤੁਹਾਡੇ ਦਿਮਾਗ 'ਤੇ ਹੈ ਕਿ ਮੈਂ ਇਹ ਗੋਲ ਅਚੀਵ ਕਰਨਾ ਹੈ ਜਾਂ ਮੈਂ ਅੱਜ ਇਹ ਟਾਰਗੇਟ ਅਚੀਵ ਕਰਨਾ ਹੈ, ਤਾਂ ਇਹ ਤੁਹਾਨੂੰ ਵੀ ਪ੍ਰੈਸ਼ਰ ਦਿੰਦੇ ਹੈ। ਤਾਂ ਉਸ ਤੋਂ ਬਾਅਦ ਸਟ੍ਰੈਸ ਇੱਕ ਸਟਿਮੂਲੇ ਵੀ ਹੈ, ਸਟਿਮੂਲੇ ਮਤਲਬ ਮੋਟਿਵ ਵੀ ਹੈ। ਜੇ ਸਟ੍ਰੈਸ ਹੋਊਗਾ ਤਾਂ ਹੀ ਤੁਸੀਂ ਕੁਝ ਕਰ ਪਾਓਗੇ। ਫੋਰ ਐਗਜ਼ਾਮਪਲ ਅੱਜ ਮੇਰੇ ਘਰ ਇੱਕ ਛੋਟਾ ਜਿਹਾ ਫੰਕਸ਼ਨ ਹੈ, ਪਰ ਮੇਰੇ ਦਿਮਾਗ 'ਤੇ ਸਟ੍ਰੈਸ ਹੈ ਬਹੁਤ ਕਿ ਬੱਚਿਆਂ ਦੇ ਬਾਰ-ਬਾਰ ਮੈਸੇਜ ਆ ਰਿਹਾ ਕਿ ਪੰਜਾਬੀ ਦੇ ਵਿੱਚ ਤੁਸੀਂ ਵੀਡੀਓ ਅਪਲੋਡ ਕਰੋ। ਸਟ੍ਰੈਸਡ ਵੀ ਹਾਂ, ਤਿਆਰੀ ਵੀ ਕਰਨੀ ਹੈ, ਵੀਡੀਓ ਵੀ ਬਣਾਉਣੀ ਹੈ, ਨੋਟਸ ਵੀ ਕਿਤੋਂ ਲੱਭਣੇ ਹੈ, ਨੋਟਸ ਫਿਰ ਲਿਖਣੇ ਵੀ ਹੈ, ਨਹੀਂ ਲਿਖੇ ਗਏ ਕੁਝ ਬੁੱਕਸ ਤੋਂ ਵੀ ਕਰਵਾਉਣੇ ਹੈ। ਇਹ ਸਾਰੇ ਕੀ ਹੈ, ਮੈਨੂੰ ਮੋਟਿਵ ਵੀ ਕਰ ਰਿਹਾ, ਮੋਟੀਵੇਟ ਵੀ ਕਰ ਰਿਹਾ ਕਿ ਯੈਸ ਡੂ ਇਟ। ਬੱਚਿਆਂ ਨੂੰ ਇਹ ਮਟੀਰੀਅਲ ਚਾਹੀਦਾ, ਠੀਕ ਹੈ। ਇਸੇ ਤਰੀਕੇ ਤੁਸੀਂ ਕੋਈ ਵੀ ਐਗਜ਼ਾਮਪਲ ਲਿਖ ਸਕਦੇ ਹੋ ਬੱਚੇ। ਸਟ੍ਰੈਸ ਕੀ ਹੈ, ਸਟਿਮੂਲੇ ਹੈ। ਮੇਰੀ ਐਗਜ਼ਾਮਪਲਾਂ ਲਿਖਿਆ ਆਇਓ ਹੁਣ ਐਗਜ਼ਾਮ ਦੇ ਵਿੱਚ, ਓਕੇ, ਠੀਕ ਹੈ। ਨੈਕਸਟ ਵਨ, ਹੁਣ ਇਹਦੇ ਵਿੱਚ ਐਗਜ਼ਾਮਪਲਸ ਦਿੱਤੀਆਂ ਹੋਈਆਂ। ਬ੍ਰੇਕਫਾਸਟ ਔਰ ਲੰਚ ਇਜ਼ ਨਾਟ ਸਰਵਡ ਐਟ ਟਾਈਮ, ਇਹ ਵੀ ਸਟ੍ਰੈਸ ਹੈ ਵੀ ਖਾਣਾ ਨਹੀਂ ਬਣਿਆ, ਕਿਉਂ ਨਹੀਂ ਬਣਿਆ, ਸਬਜ਼ੀ ਕਿਹੜੀ ਬਣਾਈਏ। ਬੱਸ ਇਜ਼ ਨਾਟ ਅਵੇਲੇਬਲ, ਅੱਜ ਬੱਸ ਨਹੀਂ ਆਈ, ਬੱਸ ਲੇਟ ਸੀ। ਸਟੂਡੈਂਟ ਅਟੈਂਟਿਵ ਨਹੀਂ ਕਲਾਸ, ਟੀਚਰ ਨੂੰ ਸਟ੍ਰੈਸ ਹੋ ਗਿਆ। ਲਾਈਟ ਨਹੀਂ ਆਈ, ਓਹੋ ਪਾਣੀ ਨਹੀਂ ਹੈ, ਚੀਜ਼ਾਂ ਟੁੱਟ ਗਈਆਂ, ਗਲਾਸ ਟੁੱਟ ਗਿਆ, ਡਿਲੇ ਹੋ ਗਿਆ, ਇਹ ਸਾਰੇ ਸਟ੍ਰੈਸਸ ਹੈ, ਠੀਕ ਹੈ ਜੀ। ਹੁਣ ਇਹ ਸੀ ਟਾਈਪਸ, ਬਸ ਇੰਨਾ ਹੀ ਕਰਨਾ। ਹੁਣ ਕਰੈਕਟਰਿਸਟਿਕਸ ਕੀ ਹੈ, ਕਰੈਕਟਰਿਸਟਿਕਸ ਮਤਲਬ ਕਿੰਨੇ ਟਾਈਮ ਰਹਿੰਦਾ ਸਟ੍ਰੈਸ, ਠੀਕ ਹੈ। ਡਿਊਰੇਸ਼ਨ, ਸਟ੍ਰੈਸ ਕੋਈ ਸ਼ਾਰਟ ਟਾਈਮ ਹੁੰਦੇ ਆ, ਕੋਈ ਲੌਂਗ ਟਾਈਮ ਹੁੰਦੇ ਆ, ਠੀਕ ਹੈ। ਇਹ ਡਿਪੈਂਡ ਕਰਦਾ ਸਟ੍ਰੈਸ ਕਿਸ ਤਰੀਕੇ ਦਾ ਹੈ। ਐਗਜ਼ਾਮਪਲ ਦਿੱਤੀ ਹੈ, ਜੇ ਮੈਰਿਜ ਲਾਈਫ ਦੇ ਵਿੱਚ ਕੋਈ ਲੜਾਈ ਹੋ ਜਾਏ, ਮੈਰਿਟਲ ਕੁਆਰਲ ਹੈ, ਠੀਕ ਹੈ, ਤਾਂ ਉਹ ਸਟ੍ਰੈਸ ਬਹੁਤ ਲੰਬਾ ਜਾਂਦਾ ਹੈ। ਇੰਟੈਂਸਿਟੀ, ਕਿੰਨਾ ਡੂੰਘਾ ਸਟ੍ਰੈਸ ਹੈ, ਮਤਲਬ ਤੁਹਾਨੂੰ ਜੇ ਕੋਈ ਮਾੜੀ ਮੋਟੀ ਸੱਟ ਲੱਗੀ ਹੈ ਤਾਂ ਮਾੜੀ ਦੇਰ ਦਾ 2-4-10 ਮਿੰਟ ਘੰਟਾ ਸਟ੍ਰੈਸ ਹੋਏਗਾ, ਪਰ ਜੇ ਕੋਈ ਵੱਡਾ ਕੋਈ ਇੰਸੀਡੈਂਟ ਹੋ ਗਿਆ, ਕੋਈ ਐਕਸੀਡੈਂਟ ਹੋ ਗਿਆ, ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਤਾਂ ਲੌਂਗ ਸਟ੍ਰੈਸ ਦੇਗਾ।
ਦੈਨ ਪ੍ਰੈਡਿਕਟੇਬਿਲਿਟੀ, ਵੀ ਇਹ ਜੋ ਸਟ੍ਰੈਸ ਹੈ ਬਹੁਤ ਜ਼ਿਆਦਾ ਹਾਈ ਹੈ ਕਿ ਕਿੰਨਾ ਚਿਰ ਚੱਲੂਗਾ, ਕਿ ਲੋ ਹੈ, ਕਿੰਨਾ ਟਾਈਮ ਇਹ ਚੀਜ਼ ਰਹੇਗੀ। ਅਸੀਂ ਇਹਨੂੰ ਪ੍ਰੈਡਿਕਟ ਕਈ ਚੀਜ਼ਾਂ ਨੂੰ ਕਰ ਵੀ ਸਕਦੇ ਹਾਂ, ਮਤਲਬ ਪ੍ਰੈਡਿਕਟ ਮਤਲਬ ਭਵਿੱਖਬਾਣੀ ਕਰ ਵੀ ਸਕਦੇ ਹਾਂ, ਨਹੀਂ ਵੀ ਕਰ ਸਕਦੇ। ਦੈਨ ਸਡਨਨੈਸ, ਕਈ ਸਟ੍ਰੈਸ ਸਾਨੂੰ ਬਿਨਾਂ ਮਤਲਬ ਅਚਾਨਕ ਹੀ ਆ ਜਾਂਦੇ, ਅਚਾਨਕ ਆ ਜਾਣਾ, ਜਿਵੇਂ ਕਿਸੇ ਦੀ ਮੌਤ ਹੋ ਜਾਣੀ, ਕਿਸੇ ਦਾ ਐਕਸੀਡੈਂਟ ਹੋ ਜਾਣਾ, ਉਹ ਵੀ ਸਟ੍ਰੈਸ ਹੈ ਨਾ। ਤਾਂ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਅਨਐਕਸਪੈਕਟਡ ਸਾਡੀ ਲਾਈਫ ਦੇ ਵਿੱਚ ਹੈਪਨ ਹੁੰਦੀਆਂ। ਨੈਕਸਟ ਵਨ ਹੈ ਬੇਟੇ ਲੈਕ ਆਫ ਸੈਲਫ ਕੌਨਫੀਡੈਂਸ। ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਹਰ ਹਾਲਾਤ ਨੂੰ ਚੱਲਣ ਦੇ ਲਈ। ਸੈਲਫ ਕੌਨਫੀਡੈਂਸ ਲੂਜ਼ ਨਹੀਂ ਕਰਨਾ ਚਾਹੀਦਾ। ਡਿਗਰੀ ਆਫ ਲੋਸ ਆਫ ਕੰਟਰੋਲ, ਕਈ ਵਾਰੀ ਅਸੀਂ ਆਪਣਾ ਕੰਟਰੋਲ ਹੀ ਖੋ ਦਿੰਦੇ ਹਾਂ ਸਿਚੁਏਸ਼ਨਸ ਦੇ ਉੱਪਰ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਨੈਕਸਟ, ਬਸ ਇੰਨਾ ਹੀ ਕਰਾਂਗੇ, ਜ਼ਿਆਦਾ ਨਹੀਂ। ਕਰੈਕਟਰਿਸਟਿਕਸ ਕੋਈ ਵੀ 3-4 ਕਰ ਲੈਣਾ, ਦੈਟਸ ਇਟ। ਠੀਕ ਹੈ, ਸਿੰਗਲ ਲਾਈਨ 'ਚ ਐਕਸਪਲੇਨੇਸ਼ਨ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਰਿਸਪੌਂਸ ਕਿਵੇਂ ਦਿੰਦੇ ਹਾਂ ਸਟ੍ਰੈਸ ਦਾ। ਠੀਕ ਹੈ, ਰਿਸਪੌਂਸ ਕਿਵੇਂ ਦਿੰਦੇ ਹਾਂ, ਸਟ੍ਰੈਸ ਆ ਗਿਆ ਤਾਂ ਕੀ ਕਰਦੇ ਹਾਂ, ਨੋਰਮਲ ਰਿਸਪੌਂਸ, ਦੁਖੀ ਹੋ ਜਾਂਦੇ ਹਾਂ, ਉਦਾਸ ਹੋ ਜਾਂਦੇ ਹਾਂ, ਰੇਜ ਗੁੱਸੇ ਹੋ ਜਾਂਦੇ ਹਾਂ, ਜਾਂ ਰਜਿਸਟ ਕਰਦੇ ਆ ਵੀ ਨਹੀਂ ਨਹੀਂ ਹਾਏ ਇਹ ਤਾਂ ਨਹੀਂ ਹੋਣਾ ਚਾਹੀਦਾ, ਇਹ ਸੋਚਣਾ ਹੀ ਨਹੀਂ ਇਹਦੇ ਬਾਰੇ। ਫਿਰ ਬਹੁਤ ਅਨਵਾਂਟਿਡ ਗੱਲਾਂ ਕਰਦੇ ਆ, ਅਨਵਾਂਟਿਡ ਸੋਚਦੇ ਆ ਜਿਹੜੀ ਨਹੀਂ ਸੋਚਣੀ ਚਾਹੀਦੀ। ਜਾਂ ਪੇਟ ਦਰਦ ਹੋਣ ਲੱਗ ਜਾਂਦਾ, ਕਈਆਂ ਨੂੰ ਤਾਂ ਲੂਜ਼ ਮੋਸ਼ਨ ਲੱਗ ਜਾਂਦੇ, ਹੈਡੇਕ ਹੋ ਜਾਂਦਾ, ਕਈਆਂ ਨੂੰ ਜਿਹੜੇ ਨੋਰਮਲ ਪੈਟਰਨ ਹੀ ਨਹੀਂ ਸ਼ੁਰੂ ਕਰ ਸਕਦੇ ਲਾਈਫ ਦਾ। ਫਿਰ ਐਬਨੋਰਮਲ ਸਟ੍ਰੈਸ, ਐਬਨੋਰਮਲ ਕਈ ਲੋਕ ਬਹੁਤ ਐਬਨੋਰਮਲ ਹੋ ਜਾਂਦੇ ਹੈ, ਜਿਵੇਂ ਬਹੁਤ ਜ਼ਿਆਦਾ ਖੁਸ਼ੀ ਅਤੇ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਹੈ। ਤਾਂ ਫੋਰ ਐਗਜ਼ਾਮਪਲ ਕਈ ਡਰੱਗਸ ਲੈਣ ਲੱਗ ਜਾਂਦੇ ਹੈ, ਕਈ ਡਿਸਟਰਬ ਹੋ ਜਾਂਦੇ ਉਹਨਾਂ ਚੰਗੀ ਤਰ੍ਹਾਂ। ਅਤੇ ਫਿਰ ਕਈ ਜਿਹੜੇ ਹੈਗੇ ਹੈ ਕਰੋਨਿਕ ਸਟੋਮਿਕ ਪੇਨ ਅਤੇ ਕਰੋਨਿਕ ਹੈਡੇਕਸ, ਮਾਈਗ੍ਰੇਨ ਹੋ ਜਾਂਦਾ, ਡਿਪਰੈਸ਼ਨ ਦੇ ਮਰੀਜ਼ ਹੋ ਜਾਂਦੇ ਹੈ, ਇਸ ਤਰੀਕੇ ਦੀਆਂ ਪ੍ਰੋਬਲਮਸ ਹੋ ਜਾਂਦੀਆਂ। ਠੀਕ ਹੈ ਜੀ। ਹੁਣ ਸਭ ਤੋਂ ਇੰਪੋਰਟੈਂਟ ਪਾਰਟ ਹੈ ਜਿਹੜਾ ਅਸੀਂ ਕਰਨਾ ਹੈ, ਦੈਟ ਇਜ਼ ਵੈਰੀ 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 ਇੰਪੋਰਟੈਂਟ। ਚਾਹੇ ਉਹ ਪਰਸਨੈਲਿਟੀ ਡਿਵੈਲਪਮੈਂਟ ਦੇ ਬੱਚੇ ਹੈ, ਚਾਹੇ ਲਾਈਫ ਸਕਿੱਲਸ ਦੇ ਹੈ, ਚਾਹੇ BEd ਦੇ ਹੈ, ਚਾਹੇ PTET ਦੇ ਹੈ, ਚਾਹੇ CTET ਦੇ ਹੈ, ਚਾਹੇ MEd ਦੇ ਹੈ। ਕਿਵੇਂ ਬਾਹਰ ਆਈਏ ਸਟ੍ਰੈਸ ਤੋਂ ਅਸੀਂ ਬਈ, ਕੋਪਿੰਗ ਟੈਕਨੀਕਸ ਕੀ ਹੈ, ਅਸੀਂ ਕਿਸ ਤਰੀਕੇ ਨਾਲ ਬਾਹਰ ਆਉਣਾ ਹੈ, ਕੀ ਕਰੀਏ ਅਸੀਂ, ਹੈ ਨਾ। ਤਾਂ ਸਾਈਕੋਲੋਜੀਕਲ ਕੋਪਿੰਗ ਟੈਕਨੀਕਸ, ਕੋਪਿੰਗ ਮਤਲਬ ਹਾਊ ਟੂ ਡੀਲ ਵਿਦ ਦ ਸਟ੍ਰੈਸ, ਹਾਊ ਟੂ ਓਵਰਕਮ ਦ ਸਟ੍ਰੈਸ, ਸਟ੍ਰੈਸ ਤੋਂ ਬਾਹਰ ਕਿਵੇਂ ਆਉਣਾ ਹੈ ਨਾ। ਫਿਜ਼ੀਓਲੋਜੀਕਲ, ਦੈਨ ਬਿਹੇਵੀਅਰਲ, ਦੈਨ ਕੋਗਨੀਟਿਵ। ਤੁਸੀਂ ਜੋ BA ਲੈਵਲ ਦੇ ਬੱਚੇ ਹੋ, ਸਿਰਫ ਸਿੰਗਲ ਲਾਈਨ 'ਚ 5-7-10 ਯਾਦ ਕਰ ਲਓ, ਬਹੁਤ ਹੈ। ਫਿਜ਼ੀਓਲੋਜੀਕਲ ਅਕੋਰਡਿੰਗ ਟੂ ਜੈਕੋਬਸਨ, ਉਹਨੇ ਕੀ ਕਿਹਾ, ਸਟ੍ਰੈਸ ਕੀ ਹੈ, ਜਿਹਦੇ ਵਿੱਚ ਅਸੀਂ ਮਸਲ ਸਾਡੀਆਂ ਟੈਂਸ ਹੋ ਜਾਂਦੀਆਂ, ਸਾਡੀ ਪਲਸ ਰੇਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਹਾਰਟ ਰੇਟ ਵੱਧ ਜਾਂਦਾ ਹੈ, ਮੂੰਹ ਸੁੱਕਣ ਲੱਗ ਜਾਂਦਾ, ਅਨਈਜ਼ੀ ਫੀਲ ਕਰਨ ਲੱਗ ਜਾਂਦੇ ਹਾਂ, ਪਸੀਨਾ ਆਉਣ ਲੱਗ ਜਾਣਾ, ਜਿਹੜਾ ਕਿ ਮੈਨੂੰ ਇਸ ਟਾਈਮ ਆ ਰਿਹਾ ਨਾ ਇੰਨੀ ਠੰਡ ਦੇ ਵਿੱਚ ਵੀ। ਤਾਂ ਕਰਨਾ ਕੀ ਹੈ, ਕਰਨਾ ਕੀ ਹੈ ਬੇਟੇ, ਰਿਲੈਕਸ ਫੀਲ ਕਰਨਾ ਹੈ, ਟੈਕਨੀਕਸ ਯੂਜ਼ ਕਰਨੀ ਹੈ, ਇਨਹੇਲਿੰਗ ਐਕਸੇਲਿੰਗ ਕਰਨੀ ਹੈ। ਠੀਕ ਹੈ, ਆਪਣੇ ਆਰਮਸ ਨੂੰ ਸ਼ੇਕ ਕਰਨਾ ਹੈ, ਦੈਨ ਐਕਸਰਸਾਈਜ਼ ਕਰਨੀ ਹੈ, ਆਪਣੇ ਸ਼ੋਲਡਰਸ ਨੂੰ ਰਿਲੈਕਸ ਕਰਨਾ ਹੈ, ਸਲੋਲੀ ਰੋਲ ਅਪ ਐਂਡ ਡਾਊਨ ਕਰਨਾ ਹੈ, ਆਪਣੇ ਨੈਕ ਨੂੰ ਰਿਲੈਕਸ ਕਰਕੇ ਹੈਡ ਡਾਊਨ ਕਰਕੇ ਜਾਂ ਨੈਕ ਬੈਕ ਕਰਕੇ ਬੈਠ ਜਾਣਾ ਹੈ। ਠੀਕ ਹੈ, ਇਹ ਸਾਰੀਆਂ ਚੀਜ਼ਾਂ। ਫਿਰ ਐਕਸਰਸਾਈਜ਼ ਕਰਕੇ ਆਪਣੇ ਹੈਡ ਟੂ ਟੋ, ਸਿਰ ਤੋਂ ਪੈਰ ਤੱਕ ਆਪਣੇ ਆਪ ਨੂੰ ਰਿਲੈਕਸ ਕਰਨਾ ਹੈ। ਫਿਰ ਬਰੀਦਿੰਗ ਨੂੰ ਕੰਟਰੋਲ ਕਰਨਾ ਹੈ। ਕਈ ਬਰੀਦਿੰਗ ਯੋਗਾਸ ਆਉਂਦੇ ਹੈ, ਜਿਸ ਤਰ੍ਹਾਂ ਲੌਂਗ ਬਰੀਦਿੰਗ, ਸ਼ਾਰਟ ਬਰੀਦਿੰਗ, ਡੀਪਰ ਬਰੀਦਿੰਗ, ਸ਼ੈਲੋ ਬਰੀਦਿੰਗ, ਇਹ ਸਾਰੀਆਂ ਤੁਸੀਂ ਕਰਨੀ ਹੈ। ਨੈਕਸਟ ਉਸ ਤੋਂ ਬਾਅਦ ਹੈ ਮੈਡੀਟੇਸ਼ਨ ਮਤਲਬ ਤੁਸੀਂ ਯੋਗਾ ਕਰਨਾ ਹੈ। ਇੱਥੇ ਤੁਸੀਂ ਕਿਸੇ ਵੀ ਯੋਗਾ ਦਾ ਨਾਮ, ਜਿਹੜੇ ਅਸੀਂ ਓਮ ਵਿਲੋਮ ਸਭ ਕਰਦੇ ਹਾਂ, ਹੈ ਨਾ, ਪ੍ਰਾਣਾਯਾਮ ਸਭ ਤੁਸੀਂ ਲਿਖ ਸਕਦੇ ਹੋ, ਹੈ ਨਾ। ਮੈਡੀਟੇਸ਼ਨ ਮੀਨਸ ਜਦੋਂ ਤੁਸੀਂ ਆਈਜ਼ ਕਲੋਜ਼ ਕਰਕੇ ਆਪਣੇ ਆਪ 'ਚ ਬੈਠ ਜਾਂਦੇ ਹੋ ਅਤੇ ਆਪਣੇ ਆਪ ਵੱਲ ਧਿਆਨ ਲਗਾਉਂਦੇ ਹੋ। ਤਾਂ ਬਹੁਤ ਅੱਛਾ ਇੱਕ ਯੋਗਾ ਜੋ ਕਿ ਮੈਂ ਬਹੁਤ ਐਕਸਪੀਰੀਅੰਸ ਕਰਦੀ ਹਾਂ, ਦੈਟ ਇਜ਼ ਯੋਗ ਨਿਦਰਾ। ਬਹੁਤ ਅੱਛਾ ਯੋਗ ਹੈ ਉਹ, ਸਟ੍ਰੈਸ ਤੋਂ ਰਿਲੀਫ ਹੋਣ ਦਾ। ਬਿਹੇਵੀਅਰ ਕੋਪਿੰਗ ਟੈਕਨੀਕਸ ਕਿਹੜੀਆਂ, ਅਸੀਂ ਬਿਹੇਵੀਅਰ ਆਪਣਾ ਕਿਵੇਂ ਸੈੱਟ ਕਰਨਾ ਹੈ। We are guilty of behaving in ways of being stress on ourselves. We overload our schedules and too many responsibilities. ਅਸੀਂ ਬਹੁਤ ਜ਼ਿੰਮੇਵਾਰੀਆਂ ਘਸੀਟ ਲੈਂਦੇ ਹਾਂ ਕਿ ਆਹ ਵੀ ਕਰਨਾ ਹੈ, ਆਹ ਵੀ ਕਰਨਾ ਹੈ, ਆਹ ਵੀ ਕਰਨਾ ਹੈ, ਆਹ ਵੀ ਕਰਨਾ ਹੈ। ਤਾਂ ਉਹਦੇ ਕਰਕੇ ਸਾਨੂੰ ਕੀ ਹੁੰਦਾ, ਸਟ੍ਰੈਸ ਆਉਂਦਾ। ਤਾਂ ਇਸ ਲਈ ਇਸ ਸਟ੍ਰੈਸ ਨੂੰ ਘਟਾਉਣ ਦੇ ਲਈ ਟਾਈਮ ਮੈਨੇਜਮੈਂਟ ਕਰਨੀ ਜ਼ਰੂਰੀ ਹੈ। ਠੀਕ ਹੈ, ਟਾਈਮ ਮੈਨੇਜਮੈਂਟ ਕਰਨੀ ਜ਼ਰੂਰੀ ਹੈ। ਤਾਂ ਇਹ ਹੋ ਗਿਆ। ਹੁਣ ਮੇਨ ਸੈਂਟੈਂਸ ਕੀ ਬਣਦੇ ਹੈ, ਰਿਲੈਕਸੇਸ਼ਨ ਫਾਈਨ, ਮੈਡੀਟੇਸ਼ਨ ਦੈਨ ਬਰੀਦਿੰਗ ਕਿਵੇਂ ਕਰਨੀ ਹੈ, ਲੰਬੇ ਸਾਹ ਲੈਣੇ ਹੈ। ਉਸ ਤੋਂ ਬਾਅਦ ਐਕਸਰਸਾਈਜ਼
ਇਹ ਮੇਨ ਹੈਡਿੰਗਸ ਤੁਸੀਂ ਬਣਾ ਕੇ ਐਕਸਪਲੇਨ ਕਰ ਸਕਦੇ ਹੋ। ਦੈਨ ਉਸ ਤੋਂ ਬਾਅਦ ਹੈ ਬਹੁਤ ਇੰਪੋਰਟੈਂਟ ਟੌਪਿਕ ਟਾਈਮ ਮੈਨੇਜਮੈਂਟ। ਸੈਕਸ਼ਨ ਬੀ ਦਾ ਟੌਪਿਕ ਹੈ ਪਰਸਨੈਲਿਟੀ ਡਿਵੈਲਪਮੈਂਟ ਦਾ ਟਾਈਮ ਮੈਨੇਜਮੈਂਟ। ਸ਼ੋਰਟ ਨੋਟ ਦੇ ਵਿੱਚ ਵੀ ਆ ਸਕਦਾ ਹੈ, ਲੌਂਗ 'ਚ ਵੀ ਆ ਸਕਦਾ ਹੈ। ਲਰਨਿੰਗ ਹਾਊ ਟੂ ਮੇਕ ਟਾਈਮ ਵਰਕ ਫॉर ਅਸ ਇੰਸਟੈਡ ਆਫ ਅਗੇਂਸਟ ਅਸ। ਕਿਵੇਂ ਅਸੀਂ ਸਮੇਂ ਨੂੰ ਵਰਤਣਾ ਹੈ। ਐਡਹੈਰਿੰਗ ਟੂ ਵੈਲ ਪਲੈਨਡ ਸ਼ਡਿਊਲ। ਚੰਗੀ ਤਰੀਕੇ ਨਾਲ ਸ਼ਡਿਊਲ ਬਣਾਓ। ਮੇਕ ਮੋਰ ਐਫੀਸ਼ੀਐਂਟ ਯੂਜ਼ ਆਫ ਟਾਈਮ। ਜਿੰਨਾ ਤੁਹਾਡੇ ਕੋਲ ਟਾਈਮ ਹੈ ਉਹਨੂੰ ਚੰਗੀ ਤਰ੍ਹਾਂ ਵਰਤੋ। ਐਂਡ ਐਲੀਮੀਨੇਟ ਬਿਹੇਵੀਅਰਸ ਦੈਟ ਇੰਟਰਫੇਅਰ ਵਿਦ ਅਵਰ ਮੇਨ ਗੋਲਸ। ਅਤੇ ਉਹਨਾਂ ਚੀਜ਼ਾਂ ਨੂੰ ਬਾਹਰ ਕੱਢੋ ਜਿਹੜੇ ਤੁਹਾਡੇ ਗੋਲਸ ਨੂੰ ਅਚੀਵ ਕਰਨ 'ਚ ਤੁਹਾਡੀ ਪ੍ਰੋਬਲਮ ਕਰਦੇ ਹੈ। ਐਂਡ ਇੰਪੋਰਟੈਂਟ ਬਟ ਓਫਨ ਇਗਨੋਰਡ ਇਜ਼ ਟੂ ਬੈਲੈਂਸ ਵਰਕ ਟਾਈਮ ਐਂਡ ਪਲੇ ਟਾਈਮ। ਬੈਲੈਂਸ ਕਰੋ ਕੰਮ ਦਾ ਸਮਾਂ, ਇੰਜੋਇਮੈਂਟ ਦਾ ਸਮਾਂ ਅਤੇ ਖੇਡਣ ਦਾ ਸਮਾਂ। ਅਵਰ ਬਿਹੇਵੀਅਰਲ ਕੋਪਿੰਗ ਸਟ੍ਰੈਟਜੀ। ਇਹ ਵੀ ਕੋਪਿੰਗ ਸਟ੍ਰੈਟਜੀ ਹੈ ਸਟ੍ਰੈਸ ਨੂੰ ਦੂਰ ਕਰਨ ਦੀ। ਉਹ ਕੀ ਹੈ ਟਾਈਮ ਮੈਨੇਜਮੈਂਟ। ਹੇਅਰ ਆਰ ਸਮ ਟਿਪਸ ਕਿ ਅਸੀਂ ਕਿਵੇਂ ਟਾਈਮ ਮੈਨੇਜਮੈਂਟ ਕਰ ਸਕਦੇ ਹਾਂ। ਵੈਰੀ 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 ਇੰਪੋਰਟੈਂਟ ਬੇਸਿਕ ਪ੍ਰਿੰਸੀਪਲਸ ਆਫ ਟਾਈਮ ਮੈਨੇਜਮੈਂਟ। ਸਭ ਤੋਂ ਪਹਿਲਾਂ ਮੇਕ ਅ ਲਿਸਟ। ਵੈਰੀ ਇੰਪੋਰਟੈਂਟ ਸ਼ੋਰਟ ਨੋਟ ਲਈ ਤਾਂ ਬੱਚੇ ਵੈਰੀ ਇੰਪੋਰਟੈਂਟ ਟਾਈਮ ਮੈਨੇਜਮੈਂਟ। ਠੀਕ ਹੈ ਜੀ। ਮੇਕ ਅ ਲਿਸਟ ਆਫ ਥਿੰਗਸ। ਚੀਜ਼ਾਂ ਦੀ ਲਿਸਟ ਬਣਾਓ ਜੋ ਤੁਸੀਂ ਕਰਨੀਆਂ ਪੂਰੇ ਦਿਨ 'ਚ। ਅਰੇਂਜ ਯੂਰ ਲਿਸਟ ਅਕੋਰਡਿੰਗ ਟੂ ਪ੍ਰਿਓਰਿਟੀ। ਜਿਹੜੀ ਸਭ ਤੋਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਕਰੋ, ਉਸ ਤੋਂ ਬਾਅਦ 'ਚ ਫਿਰ ਉਸ ਤੋਂ ਬਾਅਦ ਉਹਦੇ ਅਕੋਰਡਿੰਗ। ਅਰੇਂਜ ਯੂਰ ਵਰਕ ਸ਼ਡਿਊਲ ਦੇ ਅਕੋਰਡਿੰਗ ਕਰੋ ਉਹਨੂੰ ਬੈਸਟ ਤਰੀਕੇ ਨਾਲ। ਆਲਵੇਜ਼ ਸੈਟ ਅਸਾਈਡ ਅ ਬਲੌਕ ਆਫ ਟਾਈਮ ਵੈਨ ਯੂ ਵਰਕ ਵਿਦਾਊਟ ਐਨੀ ਇੰਟਰਪਸ਼ਨਸ। ਠੀਕ ਹੈ। ਇਹੋ ਜਿਹਾ ਟਾਈਮ ਰੱਖੋ ਵੀ ਹਾਂ ਇਸ ਟਾਈਮ 'ਤੇ ਮੈਨੂੰ ਕੋਈ ਡਿਸਟਰਬ ਨਹੀਂ ਕਰੇਗਾ। ਬੀ ਫਲੈਕਸੀਬਲ। ਆਪਣੇ ਸ਼ਡਿਊਲ ਨੂੰ ਫਲੈਕਸੀਬਲ ਰੱਖੋ। ਮੰਨ ਲਓ ਕੋਈ ਹੋਰ ਵਿੱਚੋਂ ਦੀ ਕੰਮ ਆ ਗਿਆ ਤੁਹਾਨੂੰ ਕਰਨਾ ਪੈ ਰਿਹਾ ਤਾਂ ਇਹ ਨਹੀਂ ਹੈ ਕਿ ਤੁਸੀਂ ਸਟਿਕ ਟੂ ਰਹੋਗੇ, ਨਹੀਂ ਮੈਂ ਤਾਂ ਇਹੀ ਕੰਮ ਕਰਨਾ ਹੈ। ਨੋ, ਐਡਜਸਟ ਕਰੋ ਉਹਨੂੰ ਆਪਣੇ ਟਾਈਮ ਦੇ ਵਿੱਚ। ਫਲੈਕਸੀਬਲ ਮਤਲਬ ਲਚਕੀਲੇ ਰਹੋ। ਪਲਾਨ ਫॉर ਸਮ ਲੈਜਰ ਐਕਟੀਵਿਟੀ। ਵਿਹਲੇ ਸਮੇਂ ਦੇ ਲਈ ਕੋਈ ਐਕਟੀਵਿਟੀ ਪਲਾਨ ਕਰੋ, ਕੁਝ ਖੇਡਣਾ, ਕੁਝ TV ਦੇਖਣਾ। ਠੀਕ ਹੈ। ਸੈਟ ਅਸਾਈਡ ਸਮ ਟਾਈਮ ਫॉर ਵੀਕ। ਮਤਲਬ ਆਪਣੇ ਲਈ ਲੈਜਰ ਐਕਟਿਵ ਲਈ ਫ੍ਰੀ ਟਾਈਮ ਆਪਣੇ ਲਈ ਰੱਖੋ। ਇਹ ਸੀ ਟਾਈਮ ਮੈਨੇਜਮੈਂਟ ਸੈਕਸ਼ਨ ਬੀ ਪਰਸਨੈਲਿਟੀ ਡਿਵੈਲਪਮੈਂਟ ਦੇ ਬੱਚਿਆਂ ਦਾ। ਇਹ ਕਰ ਸਕਦੇ ਹੋ। ਠੀਕ ਹੈ ਜੀ। ਫਿਰ ਏਡਸ ਕੀ ਹੈ ਬਿਹੇਵੀਅਰਲ ਕਾਪਿੰਗ। ਅਸੀਂ ਬਿਹੇਵੀਅਰ ਨੂੰ ਕਾਪੀ ਕਿਵੇਂ ਕਰਨਾ, ਟੈਕਨੀਕ ਕਿਵੇਂ ਅਪਣਾਉਣੀ ਹੈ ਕਿ ਅਸੀਂ ਸਟ੍ਰੈਸ ਨਾ ਆਈਏ, ਸਟ੍ਰੈਸ ਨਾ ਹੋਵੇ। ਸੈਲਫ ਮੋਨੀਟਰ। ਆਪਣੇ ਆਪ ਨੂੰ ਮੋਨੀਟਰ ਕਰੋ ਕਿਹੜੀ ਚੀਜ਼ ਤੁਹਾਨੂੰ ਸਟ੍ਰੈਸ ਕਰ ਰਹੀ ਹੈ, ਉਸਦਾ ਸਟ੍ਰੈਸ ਨਾ ਲਓ, ਉਹਨੂੰ ਅਵੋਇਡ ਕਰੋ। ਬੀ ਯੋਰ ਸੈਲਫ। ਵੈਰੀ ਵੈਰੀ ਇੰਪੋਰਟੈਂਟ। ਆਪਣੇ ਆਪ 'ਚ ਰਹੋ, ਕੌਨਫੀਡੈਂਸ 'ਚ ਰਹੋ। ਆਪਣੇ ਆਪ ਨੂੰ ਚੇਂਜ ਨਾ ਕਰੋ ਵੀ ਕਿਸੇ ਵੀ ਸਿਚੁਏਸ਼ਨ 'ਚ। ਬੀ ਟਾਸਕ ਓਰੀਐਂਟਡ ਟੂ ਦਾ ਪੁਆਇੰਟ। ਜੋ ਕੰਮ ਤੁਹਾਨੂੰ ਮਿਲਿਆ ਉਹਨੂੰ ਕੰਪਲੀਟ ਕਰੋ। ਬੀ ਰੀਅਲਿਸਟਿਕ ਮਤਲਬ ਬੀ ਰੀਅਲਿਸਟਿਕ ਅਬਾਊਟ ਵਾਟ ਯੂ ਕੈਨ ਅਚੀਵ। ਠੀਕ ਹੈ ਜੀ। ਬੀ ਪੇਸ਼ੈਂਟ। ਬਹੁਤ ਕਾਮ ਰਹੋ, ਬਹੁਤ ਕਾਮਲੀ ਹੈਂਡਲ ਕਰੋ ਸਿਚੁਏਸ਼ਨ ਨੂੰ। ਅਤੇ ਕੰਸਟਰਕਟਿਵ ਵਰਕ ਹੈ ਜਿਹੜਾ ਉਹ ਕਰੋ। ਕਲੀਅਰ ਹੈ ਜੀ। ਬਹੁਤ 6 ਨੰਬਰ ਲਈ ਤੁਸੀਂ ਤਿਆਰ ਕਰਨਾ ਹੈ। ਵਾਟ ਡੂ ਯੂ ਮੀਨ ਬਾਈ ਸਟ੍ਰੈਸ, ਮੀਨਿੰਗ। ਠੀਕ ਹੈ। ਕਿਸ ਤਰੀਕੇ ਆਏਗਾ ਡੈਫੀਨੇਸ਼ਨ, ਡਿਫਾਈਨ। 2 ਡੈਫੀਨੇਸ਼ਨਸ ਕਰ ਲਿਓ। ਦੈਨ ਹਾਊ ਯੂ ਕੈਨ ਓਵਰਕਮ ਸਟ੍ਰੈਸ। ਤੁਸੀਂ ਸਟ੍ਰੈਸ ਤੋਂ ਬਾਹਰ ਕਿਵੇਂ ਆ ਸਕਦੇ ਹੋ, ਜਾਂ ਵਾਟ ਆਰ ਦਾ ਕੋਪਿੰਗ ਟੈਕਨੀਕਸ। ਕੋਪਿੰਗ ਟੈਕਨੀਕਸ ਕੀ ਹੈ ਸਟ੍ਰੈਸ ਤੋਂ ਬਾਹਰ ਆਉਣ ਦੀਆਂ। ਉਮੀਦ ਕਰਦੀ ਹਾਂ ਵੀਡੀਓ ਸਮਝ ਆਈ ਤਾਂ ਪਲੀਜ਼ ਕੋਆਪਰੇਟ, ਐਡਜਸਟ ਕਰੋ। ਪਲੀਜ਼ ਧਿਆਨ ਨਾਲ ਸੁਣੋ। ਜੇ ਨੋਟਸ ਬਣਾ ਸਕਦੇ ਹੋ ਤਾਂ ਵੈਲ ਐਂਡ ਗੁੱਡ, ਤੁਹਾਡੇ ਹਮੇਸ਼ਾ ਕੰਮ ਹੀ ਆਉਣੇ ਆ। ਸ਼ੋਰਟ ਨੋਟਸ ਕੀ ਆ ਸਕਦਾ ਹੈ ਡਿਫਾਈਨ ਸਟ੍ਰੈਸ, ਮੈਂ ਆਲਰੇਡੀ ਦੱਸ ਦਿੰਦੀ ਹਾਂ। ਡਿਫਾਈਨ ਸਟ੍ਰੈਸ, then types of stress positive and negative, then how you can overcome stress। ठीक है। किस तरीके ਨਾਲ ਆ ਸਕਦੇ ਹੋ, ਜਾਂ what do you mean by time management ਜੋ ਇਹਦੇ 'ਚ ਆ ਸਕਦਾ ਹੈ। time management ਕੀ ਹੈ। ਠੀਕ ਹੈ। how you can manage the time। ਠੀਕ ਹੈ ਜੀ। thank you, god bless you। if you have not subscribed the channel please subscribe and please share the video to the maximum students। thank you।